सत श्री अकाल जी, बहुत बहुत स्वागत। ਤੁਸੀਂ ਵੇਖ ਰਹੇ ਹੋ द पंजाब टॉक्स चैनल ਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ। ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਸਪੈਸ਼ਲ ਰਿਪੋਰਟ ਨੂੰ ਵੇਖ ਰਹੇ ਹੋ द पंजाब टॉक्स ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ द पंजाब टॉक्स ਦੇ ਫੇਸਬੁੱਕ ਪੇਜ, YouTube ਚੈਨਲ ਅਤੇ IPTV ਦੀ ਬ੍ਰੌਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਗੱਲਬਾਤ ਦਾ ਵਿਸ਼ਾ ਅੱਜ ਇੱਕ ਕੌਮਾਂਤਰੀ ਪੱਧਰ ਦਾ ਵਿਸ਼ਾ ਹੈ, ਆਲਮੀ ਪੱਧਰ ਦਾ। ਤੇ ਇੱਕ ਸਵਾਲ ਜੋ ਇਸ ਵੇਲੇ ਉਹਨਾਂ तमाम ਲੋਕਾਂ ਦੇ ਮਨਾਂ ਵਿੱਚ ਚੱਲ ਰਿਹਾ ਹੈ ਜੋ ਦੁਨੀਆ ਪੱਧਰ ਦੇ ਮਾਮਲਿਆਂ ਨੂੰ ਵੇਖਦੇ ਨੇ, ਉਹਨਾਂ ਨੂੰ ਸਮਝਦੇ ਨੇ ਤੇ ਉਹਨਾਂ ਸੰਬੰਧੀ ਚਿੰਤਨ ਕਰਦੇ ਨੇ। ਇਸ ਵੇਲੇ ਇੱਕ ਵੱਡਾ ਖਤਰਾ ਸਮੁੱਚੀ ਦੁਨੀਆ ਮੂਹਰੇ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਕਿ ਜੋ ਵੱਖ-ਵੱਖ ਦੇਸ਼ਾਂ ਦਰਮਿਆਨ ਜੰਗ ਦਾ ਮਾਹੌਲ ਬਣ ਰਿਹਾ ਹੈ, ਆਲਮੀ ਤਣਾਅ ਬਣ ਰਿਹਾ ਹੈ, ਦੇਸ਼ਾਂ ਅੰਦਰ ਧੜੇਬੰਦੀ ਬਣ ਰਹੀ ਹੈ ਤੇ ਲਗਾਤਾਰ ਜੋ ਕਾਰਵਾਈਆਂ ਹੋ ਰਹੀਆਂ ਨੇ ਇੱਕ ਦੇਸ਼ ਵੱਲੋਂ ਦੂਜੇ ਦੇਸ਼ ਦੇ ਖਿਲਾਫ ਜਾਂ ਇੱਕ ਜਥੇਬੰਦੀ ਦੇ ਖਿਲਾਫ, ਉਸ ਵਿੱਚ ਜੋ ਮਨੁੱਖੀ ਜ਼ਿੰਦਗੀ ਦਾ ਘਾਣ ਹੋ ਰਿਹਾ ਹੈ, ਜੋ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ, ਜੋ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ, ਉਹ ਸਭ ਨੂੰ ਚਿੰਤਾ ਵਿੱਚ ਪਾ ਰਿਹਾ ਹੈ। ਤੇ ਦੁਨੀਆ ਮੂਹਰੇ ਇੱਕ ਵਾਰ ਫਿਰ ਇੱਕ ਜੰਗ ਵਰਗਾ ਆਲਮ ਬਣਦਾ ਹੋਇਆ ਵਿਖਾਈ ਦੇ ਰਿਹਾ। ਆਪਾਂ ਸਾਰੇ ਜਾਣਦੇ ਕਿ ਇਸ ਵੇਲੇ ਇਜ਼ਰਾਈਲ ਵੱਲੋਂ ਲਗਾਤਾਰ ਕਾਰਵਾਈ ਹੋ ਰਹੀ ਹੈ। ਇਹ ਕਾਰਵਾਈ ਵੈਸੇ ਤਾਂ ਹਿਜ਼ਬੁੱਲਾ ਨਾਂ ਦੀ ਇੱਕ ਜਥੇਬੰਦੀ ਦੇ ਖਿਲਾਫ ਸ਼ੁਰੂ ਹੋਈ ਸੀ, ਪਰ ਹੌਲੀ-ਹੌਲੀ ਇਹਦੇ ਵਿੱਚ ਲਿਬਨਾਨ, ਬੇਰੂਤ, ਸੀਰੀਆ ਅਤੇ ਫਿਰ ਈਰਾਨ ਵੀ ਸ਼ਾਮਲ ਹੁੰਦੇ ਗਏ। ਤੇ ਈਰਾਨ ਵੱਲੋਂ ਜਦੋਂ ਤੋਂ ਇਜ਼ਰਾਈਲ ਦੇ ਵੱਲ ਮਿਜ਼ਾਈਲਾਂ ਦਾਗੀਆਂ ਗਈਆਂ, ਉਸ ਤੋਂ ਬਾਅਦ ਇਸ ਮੁੱਦੇ ਦਾ ਇੱਕ ਵੱਡਾ ਤਣਾਅ ਬਣ ਗਿਆ। ਇਸ ਤੋਂ ਪਹਿਲਾਂ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਤੇ ਫਲਸਤੀਨ ਵਿੱਚ ਵੀ ਕਾਰਵਾਈ ਕੀਤੀ ਜਾਂਦੀ ਰਹੀ ਹੈ, ਉਸ ਦੀ ਵੀ ਗੂੰਜ ਦੁਨੀਆ ਭਰ ਵਿੱਚ ਪੈਂਦੀ ਰਹੀ ਹੈ। ਸੋ ਇਹ ਜਿਹੜੇ ਮਾਮਲੇ ਨੇ ਇਹ ਲਗਾਤਾਰ ਇਸ ਬੰਨੇ ਧਿਆਨ ਦਵਾ ਰਹੇ ਨੇ, ਸਾਰੀ ਦੁਨੀਆ ਦਾ ਧਿਆਨ ਦਵਾ ਰਹੇ ਨੇ ਕਿ ਇਹ ਜੋ ਜੰਗ ਦਾ ਆਲਮ ਬਣ ਰਿਹਾ ਹੈ ਜਾਂ ਬਣਦਾ ਜਾ ਰਿਹਾ ਹੈ, ਇਹ ਵਾਕਈ ਇੱਕ ਧਿਆਨ ਦੇਣ ਵਾਲਾ ਵਿਸ਼ਾ ਹੈ ਸਮੁੱਚੀ ਦੁਨੀਆ ਲਈ, ਕਿਉਂਕਿ ਇਹ ਜੰਗ ਦੇ ਕਿੰਨੇ ਨੁਕਸਾਨ ਹੁੰਦੇ ਨੇ ਇਸ ਨੂੰ ਦੁਨੀਆ ਨੇ ਬਾਖੂਬੀ ਵੇਖਿਆ ਹੋਇਆ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੌਰਾਨ। ਸੋ ਇਸੇ ਕਰਕੇ ਇਸ ਮੁੱਦੇ ਵੱਲ ਧਿਆਨ ਸਭ ਦਾ ਪੈ ਰਿਹਾ ਹੈ ਤੇ ਇਸੇ ਵਿਸ਼ੇ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਵਿੱਚ, ਜਿਸ ਦੇ ਸਮੁੱਚੇ ਸਮੇਂ ਦੌਰਾਨ ਇਸ ਵਿਸ਼ੇ ਦੇ ਬਾਰੇ ਗੱਲ ਹੋਵੇਗੀ ਤੇ ਨਾਲ ਦੀ ਨਾਲ ਇਸ ਵੇਲੇ ਦੀਆਂ ਕੁਝ ਹੋਰ ਤਾਜ਼ਾ ਜਾਣਕਾਰੀਆਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਦੋ ਵਿਸ਼ਵ ਯੁੱਧ ਹੋ ਚੁੱਕੇ ਨੇ ਦੁਨੀਆ ਭਰ ਵਿੱਚ, ਇਤਿਹਾਸ ਵਿੱਚ ਆਪਾਂ ਵੇਖ ਚੁੱਕੇ ਹਾਂ। ਇਸ ਤੋਂ ਇਲਾਵਾ ਵੀ ਵੱਖ-ਵੱਖ ਦੇਸ਼ਾਂ ਦਰਮਿਆਨ ਜੰਗਾਂ ਹੁੰਦੀਆਂ ਰਹੀਆਂ ਨੇ। ਹਰ ਵਾਰ ਜੰਗ ਵਿੱਚ ਕਿੰਨਾ ਨੁਕਸਾਨ ਹੋਇਆ, ਜਾਨੀ ਮਾਲੀ ਨੁਕਸਾਨ ਹੋਇਆ, ਉਸ ਦੇ ਅੰਕੜੇ ਵੀ ਸਭ ਦੇ ਸਾਹਮਣੇ ਨੇ, ਇਤਿਹਾਸ ਦੇ ਪੰਨਿਆਂ ਉੱਤੇ ਦਰਜ ਨੇ। ਪਰ ਇਸ ਦੇ ਬਾਵਜੂਦ ਦੁਨੀਆ ਵਿੱਚ ਜੰਗ ਦਾ ਆਲਮ, ਦੇਸ਼ਾਂ ਦਰਮਿਆਨ ਆਪਸੀ ਤਣਾਅ ਲਗਾਤਾਰ ਬਣਦਾ ਹੀ ਰਿਹਾ ਅਤੇ ਇਸੇ ਤਣਾਅ ਕਰਕੇ ਇਸ ਵੇਲੇ ਵੀ ਮਾਹੌਲ ਗਰਮਾਇਆ ਹੋਇਆ। ਗੱਲ ਭਾਵੇਂ ਖਾੜੀ ਦੇਸ਼ਾਂ ਦੀ ਹੋਵੇ, ਰੂਸ ਦੀ ਕਾਰਵਾਈ ਦੀ ਹੋਵੇ ਤੇ ਨਾਰਥ ਕੋਰੀਆ ਦੀ ਵੀ ਗੱਲ ਹੋਵੇ, ਉੱਤਰੀ ਕੋਰੀਆ ਦੀ ਵੀ ਗੱਲ ਹੋਵੇ, ਤਣਾਅ ਭਰਪੂਰ ਗੱਲਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ। ਤੇ ਇਸ ਵੇਲੇ ਜਦੋਂ ਹੁਣ ਇਜ਼ਰਾਈਲ ਵੱਲੋਂ ਲਗਾਤਾਰ ਕਾਰਵਾਈ ਚੱਲ ਰਹੀ ਹੈ ਲਿਬਨਾਨ ਵਾਲੇ ਪਾਸੇ, ਲਿਬਨਾਨ ਦੇ ਬੈਰੂਤ ਸ਼ਹਿਰ ਵਾਲੇ ਪਾਸੇ, ਤੇ ਇਸੇ ਵਿਵਾਦ ਵਿੱਚ ਪਹਿਲਾਂ ਸੀਰੀਆ ਤੇ ਫਿਰ ਈਰਾਨ ਵੱਲੋਂ ਵੀ ਸ਼ਾਮਲ ਹੋ ਜਾਣਾ, ਈਰਾਨ ਅਤੇ ਇਜ਼ਰਾਈਲ ਦਾ ਆਮੋ ਸਾਹਮਣੇ ਹੋ ਜਾਣਾ, ਇਜ਼ਰਾਈਲ ਵੱਲੋਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਸੰਬੰਧੀ ਟਿੱਪਣੀ ਕਰਨਾ, ਉਹਨਾਂ ਦੇ ਮੁਖੀ ਐਂਟੋਨੀਓ ਗੁਟੀਰੇਜ਼ ਸੰਬੰਧੀ ਵੱਡਾ ਐਲਾਨ ਕਰਨਾ, ਅਮਰੀਕਾ ਦਾ ਇਜ਼ਰਾਈਲ ਦੇ ਨਾਲ ਖੜਨ ਦੀ ਗੱਲ ਕਰਨਾ ਤੇ ਕਈ ਮੁੱਦਿਆਂ ਉੱਤੇ ਇਜ਼ਰਾਈਲ ਦੀ ਨੀਤੀ ਵੱਲ ਵੀ ਸਵਾਲ ਕਰਨਾ, ਬਹੁਤ ਕੁਝ ਪਿਛਲੇ ਦਿਨਾਂ ਦੌਰਾਨ ਹੁੰਦਾ ਰਿਹਾ। ਪਰ ਜੋ ਸਭ ਤੋਂ ਵੱਡੀ ਚੀਜ਼ ਜੋ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਇਹੀ ਹੈ ਕਿ ਜੋ ਮਨੁੱਖੀ ਨੁਕਸਾਨ ਹੋ ਰਿਹਾ ਹੈ, ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ, ਜੋ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ, ਜੋ ਤੁਸੀਂ ਵੇਖ ਰਹੇ ਹੋ ਕਿ ਬਿਲਡਿੰਗਾਂ ਢਹਿ ਢੇਰੀ ਹੋ ਰਹੀਆਂ ਨੇ, ਕਿਤੇ ਹਸਪਤਾਲ ਦੇ ਉੱਪਰ ਬੰਬ ਡਿੱਗ ਰਹੇ ਨੇ, ਇਮਾਰਤਾਂ ਮਿੱਟੀ ਹੋ ਰਹੀਆਂ ਨੇ। ਹੁਣ ਇਹ ਸਿਰਫ ਤਸਵੀਰਾਂ ਨਹੀਂ, ਇਹਦੇ ਵਿੱਚ ਸਾਨੂੰ ਇਹ ਵੀ ਸਮਝਣਾ ਪੈਣਾ ਹੈ ਕਿ ਇਹ ਜੋ ਵੀ ਢਾਂਚੇ ਢਹਿ ਢੇਰੀ ਹੋ ਰਹੇ ਨੇ, ਇਹਨਾਂ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਾ ਹੋਊਗਾ, ਕਿੰਨੀ ਰਕਮ ਲੱਗੀ ਹੋਵੇਗੀ, ਕਿੰਨੀ ਇਹਨਾਂ ਦੀ ਉਪਯੋਗਤਾ ਰਹੀ ਹੋਵੇਗੀ।
तो ये सारा कुछ नਵੇਂ सिरों खड़ा करन नूं किन्ने वरे लग जाने आ। पर की नुकसान होर वधदा जाएगा। किसी भी खेत्र की आपां गल कर रहे हैं, किसी खास देश की गल नहीं कर रहे। जिथे भी लड़ाई झगड़ा या जंग का आलम बनना, उत्थे सारियां तस्वीरां बदकिस्मती नाल समुची दुनिया नूं वेखणियां पैणियां ने। ते इस वेले भी इदां हो रहा है। गल भावें इजराइल की होवे, लिबनान की, सीरिया की जां ईरान की, रूस यूक्रेन वाला मामला आपां पिछले 2 सालों तो वेख ही रहे हैं। सो इस तरीके नाल ये जिहड़ा आलमी तनाव इस वेले बन रहा है, ये लोगों को चिंता च पा रहा है कि किते ये दुनिया एक होर विश्व युद्ध वल तां नहीं वध रही। क्योंकि गल भावें पहले विश्व युद्ध की होवे जां दूजे विश्व युद्ध की, हौली हौली गल एक छोटे जहे धिरां दे विवाद तो वधदी ही अगे तुरी सी। एक देश के नाल कई देश आ खड़े, बाकी दूजे की पिठ ते आ खड़े, इदां धड़ेबंदी हुई तो इदां जंग लग गई सी। उदों तो परमाणु हथियार जां परमाणु शक्तियां की गल भी नहीं सी हुंदी, हुण तां परमाणु वाला पहलू भी नाल जुड़दा। सो इस वेले चौकस होण दी, ध्यान देण दी लोड़ ज़्यादा बन जाती है। पिछले कई हफ्तिਆਂ तो आपां वेख रहे हैं कि खाड़ी के देशों में जां फिर कह लो कि पश्चिमी एशिया में काफ़ी तनाव बनया होया। ये तनाव उदों शुरू होया सी जदों इजराइल ने हिजबुल्ला नाम की एक दहशती जथेबंदी के खिलाफ कार्रवाई आरंभी। ठीक उस तरह कुछ उस तरह जिवें इजराइल ने फलस्तीन और गाजा पट्टी में उत्थों की जथेबंदी हमास के विरुद्ध जंग आरंभी सी। उत्थे हमास के खिलाफ कार्रवाई शुरू हुई सी, पर नुकसान गाजा पट्टी का बहुत ज़्यादा होया। तस्वीरां आपां लगातार वेखते रहे। फलस्तीनी लोगों को काफ़ी कुछ सहना पिया, वो भी आपां वेख चुके हैं। इजराइल का यह कहना सी कि हमास वालों तो उत्थे काम करदियां होर धिरां वालों लगातार इजराइल के खिलाफ एक साजिश करी जा रही है, इजराइल को नुकसान पहुँचाने की कोशिश हुई जाती रही है। तो वो एक आत्म रखिया के कदम वजों ये सारी कार्रवाई कर रहे हैं। इसी तरह उन्होंने जदों लिबनान वाले पासे, बैरूत वाले पासे रुख किया, इत्थे भी उन्होंने यही कारण दस्या कि इजराइल अपनी प्रभु सत्ता नूं कायम रखने के लिए ये जवाबी कार्रवाई कर रहा है। लिबनान के दक्षिणी हिस्से में हमले आरंभे गए सी ते हौली हौली बैरूत जो कि उत्थों की राजधानी है, उधर भी हमलों का सिलसिला शुरू हो गया। पिछले कुछ दिनों तो वड्डे पद्धर उत्ते हमले हुए लिबनान विच इजराइल की तरफों। तो शुरू में इजराइल को इस काम में हमायत भी मिली, अमेरिका वालों उसका समर्थन किया जाता रहा। पर जिवें फलस्तीन वाले पासे होया सी कि इजराइल की कार्रवाई तेज़ होंदी गई सी, इधर भी तेज़ होंदी गई। फिर सीरिया विच भी कुछ गलबात होने की इस तरीके के रुझान होने की गल सामने आ गई। तो फिर इस पूरे मसले विच ईरान की एंट्री होंदी है। ईरान जो कि इस पक्षों एक ताकतवर देश मन्निया जाता है, फौजी शक्ति पक्षों, हथियारों पक्षों लिबनान ते सीरिया के मुकाबलतन काफ़ी बेहतर स्थिति विच मन्निया जाता है। ईरान वालों जदों इजराइल वाले पासे मिसाइलां दागियां गईयां रात के समय, उसकी काफ़ी गूंज पई। तो जिथे लिबनान वालों कोई जवाबी प्रतिक्रिया में यहो जी कार्रवाई नहीं सी हुई, तो ईरान वालों करना काफ़ी वड्डे पद्धर ते दुनिया में चर्चा का विषय बन गया। तो ये मौका सी जदों पहली बार लोगों ने महसूस किया कि ये जो तनाव बन रहा है, ये किसी भी वेले भांबड़ बन सकता, वड्डा भांबड़ बन सकता। तो इस खिते यानी कि खाड़ी के देशों ते पश्चिमी एशिया के नाल नाल समुचे एशिया खिते तो दुनिया में भी एक तनाव का वड्डा कारण बन सकता है। आप पहला भी जिक्र किया कि ये इस वेले तनाव का जां जंग के माहौल का कोई इकलौता मामला नहीं। इहो जे कई मामले पिछले 2 सालों तो लगातार चल रहे हैं। इजराइल ते फलस्तीन का मामला तो पिछले कई दहाकियां तो चल रहा है, जंग का तनाव का कारण बनता रहा। पर इजराइल वालों फलस्तीन वाल रुख करना, गाजा पट्टी हमास के खिलाफ कार्रवाई, तो हुण हिजबुल्ला जथेबंदी के खिलाफ कार्रवाई, तो नाल दी नाल लिबनान वाले पासे हमलावर होना,
तो फिर ईरान के नाल भी कार्रवाई चल पैना। ये एक वड्डा विशा बनिया तनाव का इस समुचे खिते विच। इस करके ये बारे गल भी होंदी रही है, चर्चा होंदी रही है। इस दरम्यान इजराइल ने UN सिक्योरिटी कौंसल संयुक्त राष्ट्र की सुरक्षा कौंसल के मुखी एंटोनियो गुतेरेस के अपने मुल्क में दाखले ते पाबंदी की भी गल आखी। उन्होंने रोस सी, उन्होंने इल्ज़ाम सी कि जिहड़ा भी कोई व्यक्ति जो किसी अहुदे उत्ते बैठा है, जां कोई भी अजिहा देश जो इजराइल उत्ते होए हमले की निखेधी नहीं करता, उन्होंने अपने मुल्क में दाखिल होने तो वर्जणगे, रोकणगे। इस तरीके नाल इजराइल ने एक तरीके नाल गुस्से का प्रगटावा किया कि जदों उन्होंने उपर हमला होया तो संयुक्त राष्ट्र सुरक्षा कौंसल वालों इसकी निखेधी क्यों नहीं की गई, जां अहुदेदारां वालों इस संबंधी फौरी बयान क्यों नहीं सी आया। इजराइल शायद इस गल का चाहवान सी कि फौरन तौर पर इस उपर प्रतिक्रिया आउंदी, जो नहीं आई। गुस्सा लगा तो उन्होंने इस संबंधी कदम ये ऐलानिया सी। इस चीज़ की भी काफ़ी चर्चा हुई सी दुनिया भर में, क्योंकि संयुक्त राष्ट्र सुरक्षा कौंसल के मुखी को अपने मुल्क में आने तो वर्जना, रोकना जां टोकना अपनी किस्म की एक नवेकली कार्रवाई जो इजराइल ने उदों की सी पिछले दिन जदों इजराइल वालों जो हमले का एक मामला समुची दुनिया के ध्यान में लिया गया सी ईरान वालों दागियां मिसाइलों के हल्ले तो बाद। सो तनाव बनया होया खाड़ी के देशों में ते पश्चिमी एशिया का समुचा खेतर इस करके तनाव के आलम विचों लंघ रहा है। जदों रूस ने यूक्रेन उत्ते हल्ला बोलिया सी, इहो जी स्थिति आपां उत्थे ही वेखी सी। बहुत सारे देश यूक्रेन के पक्ष में खड़े नज़र आए सी, पश्चिमी देश, नाटो वाले देश, तो रूस नूं भी उसके रवायती सहयोगियों की, साथियों की मदद ते भरोसे दियां गल्लां सुनिया गईयां सन। उदों तो ही लगातार इस संबंधी एक चिंता का प्रगटावा सूझवान लोग सारे कर रहे हैं कि जिस तरीके नाल वख-वख देशों की धड़ेबंदी बन रही है कि जंग के हालात दोबारा तो नहीं बन जाएंगे दुनिया पद्धर उत्ते। दुनिया के बहुते लोग, शांति पसंद लोग इस गल की आस करनगे कि कुछ भी इहो जिहा ना होवे, दुनिया च अमन शांति बनी रहे। इस संबंधी कोशिशां होण, सारे मामले जिहड़े ने वो टेबल राही बैठ के सुलझाए जा सकन, इसकी आस करनी बनती है। क्योंकि 2 विश्व युद्ध दुनिया ने वेखे हुए ने। पहला संसार युद्ध सन 1914 तो 18 वाले समय का, तो दूजा विश्व युद्ध सन 1939 तो 45 तक का। कितनी तबाही हुई सी, तकड़े तकड़े देश उहदे विच हिस्सा ले रहे सी। नुकसान दुनिया नूं ही झेलना पिया सी ते कई वरे लग जाते हैं, तो कई मामलों में तो दहाके बद्धी समा लगता है दोबारा कई देशों को पटड़ी उत्ते आउण लई, पहला वर्गे होने लई। इन्ना नुकसान होंदा जंग का। तो ना ही जंग ने कोई दुनिया का मसला हल किया सी, सगों कई होर नवे मसले जंग के माहौल विच उपज पए सन। तो सब तो वड्डा नुकसान जिहड़ा हुंदा है वो मनुखता का घाण हुंदा है। जो जंग लड़ रहे देश ते जंग 'च हिस्सा ले रहे लोग तो जान गवाउंदे ही आ, नाल दी नाल बहुत सारे बेकसूर लोग जिन्हां दा जंग नाल दूर दूर तक कोई लेना देना नहीं हुंदा। आम बंदे, आम लोग, बच्चे, बजुर्ग, औरतां, उन्हां दी भी जान जाती है। सो ये दृश्य आप पिछले दिनों दौरान लगातार वेख रहे हैं। इसी करके वार वार आस की जाती, आस प्रगटाई जाती कि ये जंग की नौबत ना आवे, सारे मसले गलबात राही हल हो जान। संयुक्त राष्ट्र नूं इस बने अहम भूमिका निभानी चाहिए है, क्योंकि ये जथेबंदी होंद विच तां ही लिआंदी गई सी दूजे विश्व युद्ध तो बाद कि मुड़ के इहो जिहे घटनाक्रम ना होण, तणाव ना बनन। पर आपां वेखिआ कि संयुक्त राष्ट्र में जदों वोटिंग भी हुंदी है तो उहदे भी कोई खास सिੱਟੇ नहीं निकलते। कई देश तो अपनी नीति स्पष्ट करते हैं, हक विच, विरोध विच, पक्ष च जां दूजे बन्ने, पर इस कवायद के भी सिੱਟੇ नहीं निकलते। बहुत सारे देश इस तो लांभे भी होंगे ने वोटिंग तो। सो वोटिंग ने भी कोई मसला हल नहीं किया। संयुक्त राष्ट्र की भूमिका होर असरदार होनी चाहिए है, इसकी भी दुनिया पद्धर उत्ते लोड़ महसूस की जाती है। एक बार फिर आस यही है कि जंग की थां संवाद राही, गलबात राही मसले हल होण, क्योंकि अखीर नूं मसले हल होने टेबल उत्ते आ गई है। ये चीज़ इतिहास भी
ਦੱਸਦਾ, ਇਸ ਚੀज़ ਦੀ ਗਵਾਹੀ ਭਰਦਾ। ਨਾਰਥ ਕੋਰੀਆ ਦੀ ਵੀ ਗੱਲ ਤੁਹਾਨੂੰ ਦੱਸ ਦਈਏ। ਨਾਰਥ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੂੰ ਵੀ ਪਿਛਲੇ ਦਿਨੀ ਇਹੋ ਜਿਹਾ ਬਿਆਨ ਦੇ ਚੁੱਕੇ ਨੇ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ। ਨਾਰਥ ਕੋਰੀਆ ਅਤੇ ਸਾਊਥ ਕੋਰੀਆ ਗੁਆਂਢੀ ਦੇਸ਼ ਨੇ, ਪਰ ਆਪਸ 'ਚ ਜ਼ਿਆਦਾ ਬਣਦੀ ਨਹੀਂ। ਤੇ ਨਾਰਥ ਕੋਰੀਆ ਕਿਮ ਜੌਂਗ ਉਨ ਦੀ ਅਗਵਾਈ ਹੇਠ ਕਾफ़ी ਹਮਲਾਵਰ ਹਮੇਸ਼ਾ ਇੱਕ ਅੰਦਾਜ਼ ਆਪਣਾ ਬਣਾ ਕੇ ਰੱਖਦਾ। ਤੇ ਪਿਛਲੇ ਦਿਨੀ ਵੀ ਨਾਰਥ ਕੋਰੀਆ ਦੇ ਪ੍ਰਮੁੱਖ ਆਗੂ ਦਾ ਇਹੀ ਕਹਿਣਾ ਸੀ ਕਿ ਉਹ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਕਰ ਸਕਦੇ ਨੇ, ਦੱਖਣੀ ਕੋਰੀਆ ਨੂੰ ਮੁਸ਼ਕਿਲ ਵਿੱਚ ਪਾ ਸਕਦੇ ਨੇ। ਤੇ ਆਮ ਤੌਰ 'ਤੇ ਉਹਨਾਂ ਦੇ ਬਿਆਨ ਇਸੇ ਸੰਦਰਭ ਵਿੱਚ ਆਉਂਦੇ ਰਹਿੰਦੇ ਨੇ। ਸੋ ਏਸ਼ੀਆ ਖਿੱਤੇ ਦੇ ਲਈ ਵਾਕਈ ਇੱਕ ਹੋਰ ਧਿਆਨ ਦੇਣ ਵਾਲਾ ਮਸਲਾ। ਤੇ ਕੁੱਲ ਮਿਲਾ ਕੇ ਉਪਰਾਲੇ ਹੋਣੇ ਚਾਹੀਦੇ ਨੇ ਦੁਨੀਆ ਭਰ ਵਿੱਚ ਕਿ ਸ਼ਾਂਤੀਪੂਰਵਕ ਢੰਗ ਨਾਲ ਇਹਨਾਂ ਸਾਰੇ ਆਲਮੀ ਤਣਾਅ ਦੇ ਮਸਲਿਆਂ ਦਾ ਹੱਲ ਕੀਤਾ ਜਾ ਸਕੇ। ਦੁਨੀਆ ਭਰ ਵਿੱਚ ਵੱਧਦੇ ਆਲਮੀ ਤਣਾਅ ਦੀ, ਜੋ ਕਈ ਵਾਰ ਕੁੜੱਤਣ ਅਤੇ ਜੰਗ ਦਾ ਮਾਹੌਲ ਬਣਨ ਦਾ ਖਦਸ਼ਾ ਪ੍ਰਗਟਾਇਆ ਜਾਂਦਾ, ਉਸ ਸੰਬੰਧੀ ਜੋ ਤਾਜ਼ਾ ਕਾਰਵਾਈ ਇਜ਼ਰਾਈਲ, ਲਿਬਨਾਨ, ਈਰਾਨ ਵਾਲੇ ਪਾਸੇ ਚੱਲ ਰਹੀ ਹੈ। ਰੂਸ ਯੂਕਰੇਨ ਵਾਲਾ ਮਸਲਾ ਆਪਾਂ ਪਿਛਲੇ 2 ਸਾਲਾਂ ਤੋਂ ਵੇਖ ਰਹੇ ਹਾਂ। ਨਾਰਥ ਕੋਰੀਆ ਸਾਊਥ ਕੋਰੀਆ ਦੇ ਤਣਾਅ ਦੀ ਵੀ ਗੱਲ ਸਾਹਮਣੇ ਆਉਂਦੀ ਰਹੀ ਹੈ, ਪਿਛਲੇ ਦਿਨਾਂ ਦੌਰਾਨ ਵੀ ਆਈ। ਇਹਨਾਂ ਸਾਰੇ ਮਾਮਲਿਆਂ ਦਰਮਿਆਨ ਆਸ ਕਰਨੀ ਬਣਦੀ ਆ, ਉਪਰਾਲੇ ਕਰਨੇ ਬਣਦੇ ਨੇ ਕਿ ਆਲਮੀ ਪੱਧਰ ਉੱਤੇ ਅਮਨ ਸ਼ਾਂਤੀ ਬਣੀ ਰਹੇ। ਜੋ ਵੀ ਵਿਵਾਦਿਤ ਮੁੱਦੇ ਨੇ ਉਹਨਾਂ ਦਾ ਸੰਜੀਦਗੀ ਦੇ ਨਾਲ, ਸੰਜੀਦਾ ਅੰਦਾਜ਼ ਵਿੱਚ ਜਿਹੜਾ ਆ ਉਹ ਹੱਲ ਕੀਤਾ ਜਾ ਸਕੇ। ਗੱਲ ਜੇਕਰ ਪੰਜਾਬ ਦੀ ਸਿਆਸਤ ਦੀ ਕਰੀਏ ਤਾਂ ਪੰਚਾਇਤੀ ਚੋਣਾਂ ਲਈ ਮਾਹੌਲ ਗਰਮਾਇਆ ਹੋਇਆ ਹੈ। ਪਿਛਲੇ ਦਿਨਾਂ ਦੌਰਾਨ ਬਹੁਤ ਕੁਝ ਵੇਖਿਆ ਆਪਾਂ ਪੰਚਾਇਤੀ ਚੋਣਾਂ ਸੰਬੰਧੀ। ਕਈ ਤਰ੍ਹਾਂ ਦੇ ਵਿਵਾਦਿਤ ਘਟਨਾਕ੍ਰਮ ਸਾਹਮਣੇ ਆਏ, ਨੀਲਾਮੀਆਂ ਲੱਗੀਆਂ, ਸਰਪੰਚੀ ਦੇ ਲਈ ਵੱਡੀਆਂ ਵੱਡੀਆਂ ਰਕਮਾਂ ਦੀ ਗੱਲ ਹੋਈ। ਉਸ ਤੋਂ ਬਾਅਦ ਹਿੰਸਾ ਹੋਈ, ਨਾਮਜ਼ਦਗੀ ਪੱਤਰ ਪਾੜੇ ਜਾਣ ਦੇ ਵੀ ਘਟਨਾਕ੍ਰਮ ਸਾਹਮਣੇ ਆਏ। ਤੇ ਨਾਮਜ਼ਦਗੀਆਂ ਜਦੋਂ ਭਰੀਆਂ ਜਾ ਰਹੀਆਂ ਸੀ, ਕਾਗਜ਼ ਭਰਨ ਮੌਕੇ ਵੀ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਏ ਤੇ ਸਿਆਸੀ ਬਿਆਨਬਾਜ਼ੀ ਵੀ ਸਿਖਰਾਂ ਉੱਤੇ ਰਹੀ। ਪੰਚਾਇਤੀ ਚੋਣਾਂ ਨੂੰ ਲੈ ਕੇ ਐਤਕੀ ਜਿੰਨਾ ਮਾਹੌਲ ਭਖਿਆ, ਸ਼ਾਇਦ ਅੱਗੇ ਪਿਛਲੇ ਖਾਸ ਕਰ ਜੇਕਰ ਇਤਿਹਾਸ ਦੀ ਗੱਲ ਕਰੀਏ ਇੰਨਾ ਜ਼ਿਆਦਾ ਭਖਦਾ ਹੋਇਆ ਬਹੁਤ ਘੱਟ ਵਿਖਾਈ ਦਿੱਤਾ। ਇਹ ਤਾਂ ਇੱਕ ਆਮ ਧਾਰਨਾ ਆ ਜੋ ਲੋਕ ਇਹਨਾਂ ਚੋਣਾਂ ਨੂੰ ਨੇੜਿਓਂ ਵੇਖਦੇ ਰਹੇ ਨੇ, ਡਿਊਟੀਆਂ ਨਿਭਾਉਂਦੇ ਰਹੇ ਨੇ, ਕਿ ਭਾਵੇਂ MP ਦੀ ਚੋਣ ਦੀ ਗੱਲ ਹੋਵੇ, ਲੋਕ ਸਭਾ ਚੋਣਾਂ ਦੀ ਜਾਂ MLA ਦੀ ਚੋਣ ਦੀ, ਉਹਨਾਂ ਚੋਣਾਂ ਮੌਕੇ ਇੰਨਾ ਕਈ ਵਾਰੀ ਮਾਹੌਲ ਗਰਮਾਉਂਦਾ ਨਹੀਂ ਜਿੰਨਾ ਪੰਚਾਇਤੀ ਚੋਣਾਂ ਮੌਕੇ ਗਰਮਾ ਜਾਂਦਾ। ਤੇ ਐਤਕੀ ਉਸ ਦੀ ਇੱਕ ਵੱਡੀ ਮਿਸਾਲ ਸਾਹਮਣੇ ਆਈ ਹੈ, ਵੇਖੀ ਜਾ ਰਹੀ ਹੈ। ਸੋ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਚੋਣਾਂ ਹੋਣੀਆਂ ਨੇ, ਤਿਆਰੀਆਂ ਚੱਲ ਰਹੀਆਂ ਨੇ। ਤੇ ਜੋ ਪੰਚੀ ਸਰਪੰਚੀ ਲਈ ਚਾਹਵਾਨ ਉਮੀਦਵਾਰ ਨੇ, ਸਰਗਰਮ ਨੇ ਪੂਰੀ ਥਾਂ। ਤੇ ਕਈ ਥਾਵਾਂ ਉੱਤੇ ਚੰਗੀ ਪਹਿਲ ਕਦਮੀ ਹੋਈ ਹੈ ਜਿੱਥੇ ਲੋਕਾਂ ਨੇ ਆਪਸੀ ਸਹਿਮਤੀ ਦੇ ਨਾਲ, ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਨੇ, ਸਰਪੰਚ ਚੁਣੇ ਗਏ ਨੇ। ਆਸ ਕਰਦੇ ਹਾਂ ਕਿ ਇਹੋ ਜਿਹੇ ਅੰਕੜੇ ਵਧਣ ਕਿ ਜਿੱਥੇ ਸਰਬਸੰਮਤੀ ਨਾਲ ਬਿਨਾਂ ਵੋਟਾਂ ਪਾਉਣ ਦੀ ਲੋੜ ਤੋਂ, ਬਿਨਾਂ ਕਿਸੇ ਰੌਲੇ ਰੱਪੇ ਦੇ, ਬਿਨਾਂ ਕਿਸੇ ਵਿਵਾਦ ਦੇ ਇਲਾਕੇ ਦੇ ਲਈ ਕੰਮ ਕਰਨ ਵਾਲੇ ਲੋਕ ਅੱਗੇ ਆਉਣ, ਨੌਜਵਾਨ ਅੱਗੇ ਆਉਣ, ਸਰਬਸੰਮਤੀ ਨਾਲ ਚੋਣ ਹੋਵੇ, ਲੜਾਈ ਝਗੜੇ ਬਿਲਕੁਲ ਨਾ ਹੋਣ, ਧੜੇਬੰਦੀ ਬਿਲਕੁਲ ਨਾ ਹੋਵੇ। ਤੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਿੰਡ ਦੇ ਖਾਤਰ, ਪਿੰਡ ਦੇ ਭਾਈਚਾਰੇ ਨੂੰ ਬਣਾ ਕੇ ਰੱਖਣ ਵਾਲੇ ਲੋਕ ਜਿਹੜੇ ਅੱਗੇ ਆਉਣ ਤੇ ਉਹਨਾਂ ਦੀ ਜਿੱਤ ਹੋਵੇ। ਇੱਕ ਮਾਮਲਾ ਮੁਹਾਲੀ ਲਾਗਲੇ ਜਗਤਪੁਰਾ ਪਿੰਡ ਦਾ ਵੀ ਸੁਣਿਆ ਗਿਆ, ਜਿਹਦੇ ਸੰਬੰਧੀ ਇਹ ਖਦਸ਼ੇ ਪ੍ਰਗਟਾਏ ਜਾ ਰਹੇ ਸੀ ਕਿ ਉੱਥੇ ਪ੍ਰਵਾਸੀਆਂ ਦੀ ਵੋਟ ਇੰਨੀ ਜ਼ਿਆਦਾ ਹੈ ਕਿ ਪੰਜਾਬੀ ਸ਼ਾਇਦ ਪਛੜ ਜਾਣਗੇ। ਪੂਰੇ ਮਾਮਲਾ ਜਦੋਂ ਉਹਦੀ ਘੋਖ ਪੜਤਾਲ ਹੋਈ ਤਾਂ ਪਤਾ ਇਹ ਲੱਗਾ ਕਿ ਉਸ ਪਿੰਡ ਦੇ ਲਾਗੇ ਇੱਕ ਬਣੀ ਕਲੋਨੀ ਜਿਹਦੇ ਵਿੱਚ ਸਿਰਫ ਪ੍ਰਵਾਸੀਆਂ ਨੂੰ ਵਸਾਇਆ ਗਿਆ ਸਰਕਾਰ ਵੱਲੋਂ, ਉਹਨਾਂ ਦੀਆਂ ਵੋਟਾਂ ਪਿੰਡ ਦੇ ਨਾਲ ਜੋੜ ਦਿੱਤੀਆਂ ਗਈਆਂ। ਤੇ ਪਿੰਡ ਦੇ ਜਿਹੜੇ ਵਸਨੀਕ ਨੇ, ਪੰਜਾਬੀ ਨੇ, ਉਹਨਾਂ ਦੀ ਵੋਟ ਘੱਟ ਨਿਕਲੀ ਤੇ ਪ੍ਰਵਾਸੀਆਂ ਦੀ ਜ਼ਿਆਦਾ ਬਣ ਗਈ ਸੀ। ਤੇ ਪਿੰਡ ਵਾਲੇ ਕੋਈ ਵੀ ਉਮੀਦਵਾਰ ਖੜਾ ਕਰਦੇ, ਕੋਈ ਪੰਜਾਬੀ ਉੱਥੋਂ ਦਾ ਪੰਚ ਸਰਪੰਚ ਬਣ ਹੀ ਨਹੀਂ ਸੀ ਸਕਦਾ। ਇਸ ਮੁੱਦੇ ਦਾ ਬਹੁਤ ਰੌਲਾ ਪਿਆ ਤੇ ਫਿਰ ਅਖੀਰ ਨੂੰ ਜਾ ਕੇ ਇਹਦੇ ਵਿੱਚ ਸੋਧ ਕੀਤੀ ਗਈ ਤੇ ਜਿਹੜੇ ਪ੍ਰਵਾਸੀ ਪਰਿਵਾਰ ਜਿਹੜੇ ਉੱਥੇ ਲਿਆ ਕੇ ਵਸਾਏ ਗਏ, ਉਹਨਾਂ ਦੀ ਵੋਟ ਪਿੰਡ ਦੇ ਨਾਲੋਂ ਹਟਾਈ ਗਈ, ਤਾਂ ਜਾ ਕੇ ਹੁਣ ਉਸ ਪਿੰਡ ਦੇ ਲੋਕੀ ਜਿਹੜੇ ਨੇ ਆਪਣਾ ਨੁਮਾਇੰਦਾ ਆਪ ਚੁਣ ਸਕਣਗੇ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਵਾਲਿਆਂ ਨੇ ਇੱਕ ਅੰਮ੍ਰਿਤਧਾਰੀ ਵਿਅਕਤੀ ਨੂੰ ਉਮੀਦਵਾਰ ਵਜੋਂ ਮੂਹਰੇ ਕੀਤਾ ਸੀ, ਪਰ ਜਦੋਂ ਪ੍ਰਵਾਸੀਆਂ ਦੀਆਂ ਵੋਟਾਂ ਜੋ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਸੀ ਉਹ ਨਾਲ ਜੋੜ ਦਿੱਤੀਆਂ ਤਾਂ ਸੁਭਾਵਕ ਤੌਰ 'ਤੇ ਉੱਥੋਂ ਦੇ ਪੰਜਾਬੀ ਘੱਟ ਗਿਣਤੀ ਵਿੱਚ ਆ ਗਏ ਸੀ। ਪਰ ਐਨ ਮੌਕੇ 'ਤੇ ਇਸ ਦਾ ਰੌਲਾ ਪੈਣ ਤੋਂ ਬਾਅਦ ਇਹਦੇ ਵਿੱਚ ਤਬਦੀਲੀ ਕੀਤੀ ਗਈ ਅਤੇ ਹੁਣ ਉੱਥੇ ਵੀ ਨਵੀਂ ਜਿਹੜੀ ਪ੍ਰਣਾਲੀ ਉਹਦੇ ਰਾਹੀਂ ਗੱਲ ਅੱਗੇ ਤੁਰੀ ਹੈ। ਇਹ ਮਾਮਲਾ ਵੀ ਸਾਹਮਣੇ ਆਇਆ ਜਿਹਨੇ ਲੋਕਾਂ ਨੂੰ ਇੱਕ ਵਾਰੀ ਫਿਰ ਚੇਤਾ ਕਰਵਾਤਾ ਕਿ ਪੰਜਾਬ ਵਿੱਚ ਕਿਵੇਂ ਹਾਲਾਤ ਬਦਲੇ ਨੇ, ਭੂਗੋਲਿਕ ਸਮੀਕਰਨ ਕਿਵੇਂ ਬਦਲੇ ਨੇ, ਪੰਜਾਬੀਆਂ ਦੀ ਗਿਣਤੀ ਕਿਵੇਂ ਕਈ ਥਾਵਾਂ 'ਤੇ ਇੰਨੀ ਘਟ ਗਈ ਆਪਣੇ ਸੂਬੇ 'ਚ ਕਿ ਪ੍ਰਵਾਸੀਆਂ ਦੀਆਂ ਵੋਟਾਂ ਨਾਲੋਂ ਜ਼ਿਆਦਾ ਹੋਣ ਲੱਗ ਪਈਆਂ। ਇਹ ਮਾਮਲਾ ਇੱਕ ਵਾਰ ਫਿਰ ਇਸ ਤਰ੍ਹਾਂ ਸੁਰਖੀਆਂ ਵਿੱਚ ਆਇਆ ਪਿਛਲੇ ਦਿਨਾਂ ਦੌਰਾਨ। ਗੱਲਬਾਤ ਨੂੰ ਜੇਕਰ ਆਪਾਂ ਥੋੜ੍ਹਾ ਹੋਰ ਸਿਆਸੀ ਨਜ਼ਰੀਏ ਤੋਂ ਅੱਗੇ ਤੋਰੀਏ ਤਾਂ ਪਿਛਲੇ ਦਿਨੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵੀ ਕਾਰਵਾਈ ਕੀਤੀ ਗਈ। ਲੁਧਿਆਣੇ ਵਿੱਚ ਛਾਪੇਮਾਰੀ ਹੋਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਉਹਨਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਹੋਈ ਹੈ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਉਹਨਾਂ ਦੇ ਨਜ਼ਦੀਕੀਆਂ ਦੇ ਟਿਕਾਣਿਆਂ ਉੱਤੇ ਵੀ ਕਾਰਵਾਈ ਹੋਈ ਹੈ। ਭਾਰਤ ਭੂਸ਼ਣ ਆਸ਼ੂ ਤਾਂ ਹਿਰਾਸਤ ਵਿੱਚ ਨੇ ਅਤੇ ਲੰਮੇ ਸਮੇਂ ਤੋਂ ਉਹਨਾਂ ਦੇ ਖਿਲਾਫ ਕਾਰਵਾਈ ਚੱਲਦੀ ਆ ਰਹੀ ਹੈ। ਹੁਣ ਇੱਕ ਵਾਰ ਫਿਰ ਈਡੀ ਦੀ ਛਾਪੇਮਾਰੀ ਹੋਈ ਹੈ ਉਹਨਾਂ ਦੇ ਟਿਕਾਣਿਆਂ ਉੱਪਰ। ਗੱਲ ਦਿੱਲੀ ਦੀ ਦੱਸੀਏ ਤਾਂ ਦਿੱਲੀ ਦੇ ਮੁੱਖ ਮੰਤਰੀ ਵਜੋਂ ਲੰਮਾ ਸਮਾਂ ਸੇਵਾ ਨਿਭਾਉਣ ਤੋਂ ਬਾਅਦ ਹੁਣ ਆਪਣੀ ਇੱਛਾ ਨਾਲ ਅਹੁਦਾ ਛੱਡ ਕੇ ਅਰਵਿੰਦ ਕੇਜਰੀਵਾਲ ਨੇ ਹੁਣ ਸਰਕਾਰੀ ਜੋ ਰਿਹਾਇਸ਼ ਸੀ ਉਸ ਨੂੰ ਵੀ ਛੱਡ ਦਿੱਤਾ ਅਤੇ ਇਸ ਵੇਲੇ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਉਸ ਰਿਹਾਇਸ਼ ਵਿੱਚ ਤਬਦੀਲ ਹੋ ਗਏ ਨੇ ਜਿੱਥੇ ਅਸਲ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਇੱਕ ਹੋਰ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਰਿਹਾਇਸ਼ ਵਜੋਂ ਜਿਸ ਨੂੰ ਦਰਜ ਕੀਤਾ ਗਿਆ ਸੀ ਉੱਥੇ ਕੇਜਰੀਵਾਲ ਹੁਣ ਤਬਦੀਲ ਹੋ ਗਏ ਨੇ ਅਤੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਤਿਸ਼ੀ ਸੇਵਾਵਾਂ ਨਿਭਾ ਰਹੇ ਨੇ। ਇਸ ਤੋਂ ਇਲਾਵਾ ਕੇਜਰੀਵਾਲ ਨੇ ਪਿਛਲੇ ਦਿਨੀ ਹਰਿਆਣੇ ਵਿੱਚ ਵੀ ਕਾਫੀ ਚੋਣ ਪ੍ਰਚਾਰ ਕੀਤਾ, ਕਾਫੀ ਸਮਾਂ ਉੱਥੇ ਬਿਤਾਇਆ ਦਿੱਲੀ ਤੋਂ ਆਉਣ ਤੋਂ ਬਾਅਦ, ਖਾਸ ਕਰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਨੂੰ ਤਿਆਗਣ ਤੋਂ ਬਾਅਦ, ਜਿਹਦੇ ਸੰਬੰਧੀ ਉਹਨਾਂ ਨੇ ਕਿਹਾ ਹੋਇਆ ਕਿ ਉਹ ਲੋਕਾਂ ਤੋਂ ਇਮਾਨਦਾਰੀ ਸੰਬੰਧੀ ਦੁਬਾਰਾ ਫਤਵਾ ਹਾਸਲ ਕਰਕੇ ਹੀ ਮੁੱਖ ਮੰਤਰੀ ਦੇ ਅਹੁਦੇ ਉੱਤੇ ਵਾਪਸੀ ਕਰਨਗੇ ਅਤੇ ਆਪਣੇ ਨੇੜਲੇ ਸਹਿਯੋਗੀ ਮਨੀਸ਼ ਸਿਸੋਦੀਆ ਸੰਬੰਧੀ ਵੀ ਉਹਨਾਂ ਨੇ ਇਹੀ ਗੱਲ ਆਖੀ ਸੀ। ਪੰਜਾਬ ਵੱਲ ਦੁਬਾਰਾ ਆਈਏ ਤਾਂ ਪਰਾਲੀ ਦਾ ਮੁੱਦਾ ਲਗਾਤਾਰ ਸੁਰਖੀਆਂ ਵਿੱਚ ਚੱਲ ਰਿਹਾ। ਸਾਲ ਦੇ ਇਹਨਾਂ ਦਿਨਾਂ ਦੌਰਾਨ ਪਰਾਲੀ ਦੇ ਮੁੱਦੇ ਦੀ ਤਾਂ ਗੱਲ ਹੋਣੀ ਹੀ ਹੋਣੀ ਹੈ ਅਤੇ ਇਸ ਵੇਲੇ ਵੀ ਹੋ ਰਹੀ ਹੈ। ਪਰਾਲੀ ਦਾ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਅਤੇ ਇਸ ਮੁੱਦੇ ਉੱਤੇ ਹੁਣ ਪੰਜਾਬ ਸਰਕਾਰ ਨੇ ਇੱਕ ਹੋਰ ਪਹਿਲ ਕਦਮੀ ਕਰਦਿਆਂ ਵੱਡੀ ਸਬਸਿਡੀ ਉੱਤੇ 80% ਦੇ ਆਸ-ਪਾਸ ਸਬਸਿਡੀ ਉੱਤੇ ਸੰਦ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੋਇਆ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਜੋ ਇੱਕ ਬਹੁਤ ਗਿਲਾ ਰਿਹਾ ਹੈ ਹਮੇਸ਼ਾ ਕਿ ਉਹਨਾਂ ਨੂੰ ਮਹਿੰਗੀਆਂ ਮਸ਼ੀਨਾਂ ਖਰੀਦਣ ਵਿੱਚ ਮਦਦ ਕੀਤੀ ਜਾਵੇ ਜਿਨ੍ਹਾਂ ਰਾਹੀਂ ਪਰਾਲੀ ਦਾ ਪ੍ਰਬੰਧ ਹੋ ਸਕੇ। ਸੋ ਉਸ ਬੰਨੇ ਕਦਮ ਚੁੱਕਿਆ ਗਿਆ, ਮਸ਼ੀਨਾਂ ਉੱਤੇ ਸਬਸਿਡੀ ਅਤੇ ਕਰਜ਼ਾ ਵੀ ਦਿੱਤੇ ਜਾਣ ਦੀ ਗੱਲ ਹੋਈ ਹੈ। ਪਰ ਜਦੋਂ ਗੱਲ ਕਰਜ਼ੇ ਦੀ ਹੁੰਦੀ ਹੈ ਤਾਂ ਕਰਜ਼ੇ ਦੀਆਂ ਕਈ ਹੱਦਾਂ ਅਤੇ ਮੱਦਾਂ ਵੀ ਹੁੰਦੀਆਂ ਨੇ। ਸੋ ਇਸ ਵਿੱਚ ਕਿਸਾਨ ਉਲਝੇ ਨਾ, ਇਸ ਗੱਲ ਦਾ ਵੀ ਖਿਆਲ ਰੱਖਿਆ ਜਾਣਾ ਜ਼ਰੂਰੀ ਹੈ ਸਰਕਾਰੀ ਪੱਧਰ ਉੱਤੇ, ਦਸਤਾਵੇਜ਼ਾਂ ਪੱਖੋਂ ਵੀ ਅਤੇ ਬੈਂਕਾਂ ਪੱਖੋਂ ਵੀ। ਸੋ ਪਰਾਲੀ ਸੰਬੰਧੀ ਗੱਲ ਆਉਂਦੇ ਦਿਨਾਂ ਦੌਰਾਨ ਹੋਰ ਜ਼ਿਆਦਾ ਸੁਰਖੀਆਂ ਵਿੱਚ ਆਉਣੀ ਹੈ ਕਿਉਂਕਿ ਦਿੱਲੀ ਵਿੱਚ ਜਦੋਂ ਹਵਾ ਦਾ ਮਿਆਰ ਪ੍ਰਭਾਵਿਤ ਹੁੰਦਾ ਹੈ ਤਾਂ ਸਾਰੀਆਂ ਉਂਗਲਾਂ ਪੰਜਾਬ ਹਰਿਆਣੇ ਵੱਲ ਹੋ ਜਾਂਦੀਆਂ ਨੇ। ਸੋ ਇਸ ਕਰਕੇ ਇਹ ਜਿਹੜਾ ਮੁੱਦਾ ਹੈ ਪਰਾਲੀ ਦਾ, ਭਾਵੇਂ ਇਹਦੇ ਉੱਪਰ ਸਬਸਿਡੀ ਦੀ ਗੱਲ ਹੋ ਗਈ ਹੈ ਪਰ ਮੀਡੀਆ ਨੇ ਇਸ ਮੁੱਦੇ ਨੂੰ ਉਛਾਲਣਾ ਆਉਂਦੇ ਦਿਨਾਂ ਦੌਰਾਨ। ਇਹ ਚੀਜ਼ ਹਰ ਸਾਲ ਹੁੰਦੀ ਹੈ, ਇਸ ਵਾਰ ਵੀ ਹੁੰਦੀ ਹੋਈ ਵਿਖਾਈ ਦੇ ਰਹੀ ਹੈ। ਪਰ ਫਿਲਹਾਲ ਪੰਜਾਬ ਸਰਕਾਰ ਵੱਲੋਂ ਉਪਰਾਲੇ ਹੋ ਰਹੇ ਨੇ ਵਾਤਾਵਰਣ ਸੰਬੰਧੀ, ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਅਤੇ ਪਰਾਲੀ ਦੇ ਪ੍ਰਬੰਧ ਲਈ ਕਿਸਾਨਾਂ ਨੂੰ ਨਵੇਂ ਬਦਲ ਮੁਹੱਈਆ ਕਰਵਾਉਣ ਸੰਬੰਧੀ। ਅਤੇ ਜਿੱਥੋਂ ਤੱਕ ਗੱਲ ਪੰਜਾਬ ਦੇ ਮੌਸਮ ਦੀ ਹੈ, ਪਿਛਲੇ ਦਿਨੀ ਮੀਂਹ ਹਨੇਰੀ ਦਾ ਦੌਰ ਚੱਲਿਆ। ਹਨੇਰੀ ਜ਼ਿਆਦਾ ਸੀ, ਮੀਂਹ ਘੱਟ ਸੀ, ਨਾ ਮਾਤਰ ਮੀਂਹ ਪਿਆ, ਕਈ ਖੇਤਰਾਂ 'ਚ ਥੋੜ੍ਹਾ ਜ਼ਿਆਦਾ ਪਿਆ। ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ, ਹਵਾ ਵਿੱਚ ਥੋੜ੍ਹੀ ਜਿਹੀ ਨਮੀ ਅਤੇ ਠੰਡਕ ਮਹਿਸੂਸ ਹੋਈ ਹੈ ਅਤੇ ਉਹ ਰਾਹਤ ਜਿਹਦੀ ਲੋਕ ਪਿਛਲੇ ਕਈ ਹਫ਼ਤਿਆਂ ਤੋਂ ਉਡੀਕ ਕਰ ਰਹੇ ਸੀ ਕਿ ਗਰਮੀ ਇੱਕਦਮ ਫਿਰ ਵੱਧਦੀ ਵਿਖਾਈ ਦਿੱਤੀ ਸੀ। ਹੁਣ ਇਸ ਵੇਲੇ ਅੱਸੂ ਦੇ ਮਹੀਨੇ ਇੱਕ ਵਾਰ ਫਿਰ ਲੋਕਾਂ ਨੂੰ ਜਦੋਂ ਗਰਮੀ ਸਤਾਉਣ ਲੱਗੀ ਸੀ ਤਾਂ ਕੁਝ ਰਾਹਤ ਹੁਣ ਮਿਲੀ ਹੈ ਲੋਕਾਂ ਨੂੰ ਅਤੇ ਹਲਕੀ ਜਿਹੀ
ਤਾਪਮਾਨ ਵਿੱਚ ਗਿਰਾਵਟ ਜਿਹੜੀ ਹੈ ਉਹ ਦਰਜ ਹੋਈ ਹੈ। ਮੌਸਮ ਵਿਭਾਗ ਦਾ ਕਹਿਣਾ ਕਿ ਆਉਂਦੇ ਦਿਨਾਂ ਦੌਰਾਨ ਕੁਦਰਤੀ ਤੌਰ ਤੇ ਵੀ ਇਸ ਵਿੱਚ ਕਮੀ ਦਰਜ ਹੋਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲਣੀ ਸ਼ੁਰੂ ਹੋ ਜਾਵੇਗੀ। ਪਰ ਫਿਲਹਾਲ ਪੱਖੇ ਏਸੀ ਚੱਲ ਰਹੇ ਨੇ ਪੰਜਾਬ 'ਚ। ਇਹ ਵੀ ਇੱਕ ਆਪਣੇ ਆਪ 'ਚ ਇੱਕ ਸੋਚਣ ਦਾ ਇੱਕ ਵੱਡਾ ਵਿਸ਼ਾ। ਤੇ ਇਸ ਦੇ ਨਾਲ ਹੀ ਵੇਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ, ਜਿਸ ਨੂੰ ਤੁਸੀਂ ਦ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ। ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਅੱਜ ਦੀ ਇਸ ਗੱਲਬਾਤ ਵਿੱਚੋਂ ਆਪ ਨੂੰ ਦੇਸ਼ ਦੁਨੀਆ ਸੰਬੰਧੀ, ਸੂਬੇ ਸੰਬੰਧੀ, ਸਾਰੇ ਤਾਜ਼ਾ ਮਾਮਲਿਆਂ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਹੋਵੇਗੀ। ਤੇ ਅੱਜ ਦੇ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ। ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ, ਕਮੈਂਟਸ ਰਾਹੀਂ ਹਾਜ਼ਰੀ ਲਵਾਉਣ ਵਾਲੇ ਸਾਰੇ ਦਰਸ਼ਕਾਂ ਦਾ ਵਿਸ਼ੇਸ਼ ਧੰਨਵਾਦ। ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵੇਖਦੇ ਰਹੋ ਦ ਪੰਜਾਬ ਟਾਕਸ। ਬਹੁਤ ਬਹੁਤ ਧੰਨਵਾਦ।